अस्सलाम वालेकुम। वालेकुम सलाम। क्या हाल है माँ जी, ठीक है? ठीक ठाक अल्लाह दा करम सोने दा करम है सोने दा फजल है। माँ जी उर्दू समझ लेते हो या मैं पंजाबी च गल करां? मैं पंजाबी अच्छा चलो मैं पंजाबी च गल कर लेना। ते माँ जी किन्ना अरसा हो गया तुसीं ਇਹ रिक्शा चलाਉਂਦੇ हो? मैनू 6 साल हो गए ने। 6 साल ਤੋਂ ਮਾਸ਼ਾ ਰਿਕਸ਼ਾ ਚਲਾ ਰਹੇ ਹੋ। ਹਾਂਜੀ। ਤੇ ਤੁਹਾਡੇ ਹਸਬੈਂਡ ਤੁਹਾਡੇ ਬੱਚੇ ਵਗੈਰਾ ਹੈਗੇ ਆ? मेरे माशाल्लाह 4 बच्चे ने ते 7 बच्चे मैं यतीम पाले ने जिन्हां दी मैं शादीशुदा कर दी ने। 2 बच्चे मेरे शादी करन वाले ने, एक बच्चा होने है ते हसबैंड ने सानू छोड़ दिता सी। उन्हें और शादी कर ली सी, शरकपुर शरीफ दा रहन वाले बीबी सी जिंदगी इतिहास ते मैं हाफज हैगी हाँ, कारी हैगी हाँ, नात खां वां ते मैं अपने बच्चों का 21 साल तो लैके 22 तो मैं अपने बच्चों वास्ते मजदूरी मेहनत करके पर्दा उतार दिता है, अपनी मेहनत करके अपने बच्चे पाले ने। अभी भी गरीबों वास्ते मदरसा बनाया है, अपनी मेहनत करके उन्होंने लंगर पानी दे के आने ते उन्होंने वास्ते बच्चे पढ़े ने साढ़े सोहने। ते हुण स्कूल भी असी 8 कुछ दिन हो गए ने, स्कूल भी असी खोल छड़िया कि गरीब बच्चे अवारा ना फिरन ते अपना टाइम जेह्ड़ा उत्थे गुजारन अल्लाह दे घर दे विच। मोड़ खुंडा मैं मदरसा हुण बनाया है। एक अंब रोड शादबाग के नज़दीक पम्मा चुग्गियां पिंड है, उत्थे बनाया सी। एक माशाल्लाह खुंडे मोड़ अगे है सी जिथे मैं पढ़ती रही हाँ। एक धोखा मंडी दे विच मदरसा है, फीस सबीलिल्लाह बच्चों नूं पढ़ाने ते जो बेतफीक है लंगर भी खवाने, जो बेतफीक है लिबास बन गया तो लिबास भी देने। माशाल्लाह माशाल्लाह। अच्छा 20 साल ਤੋਂ ਤੁਹਾਨੂੰ 22 साल तो मजदूरी 21-22 साल तो कर रहे हैं। ਤੁਸੀਂ ਮਜ਼ਦੂਰੀ ਕਰਨ ਦੇ ਹੋ? हाँ जी मजदूरी कर ਅੱਛਾ ਤੇ ਮਤਲਬ ਕਿ 22 ਸਾਲ ਹੋ ਗਏ ਖਾਵਨ ਨੇ ਤੁਹਾਨੂੰ ਛੱਡਦਾ, 22 ਸਾਲ ਹੋ ਗਏ। हाँ ਉਸ ਤੋਂ ਬਾਅਦ ਤੁਸੀਂ ਆਪੇ ਹੀ ਮਜ਼ਦੂਰੀ ਕਰਨ ਦੇ? अपनी मजदूरी आप ही कर रहे हैं। मैं ਇਸ ਤੋਂ 5-6 ਸਾਲ ਤੇ ਹੋ ਗਏ ਰਿਕਸ਼ਾ ਚਲਾ ਰਹੇ, ਤਾਂ ਇਸ ਤੋਂ ਪਹਿਲਾਂ ਤੁਸੀਂ ਕੀ ਕੰਮ ਕਰਦੇ? समोसे पकौड़े बेचे ने, सीख कबाब बेचे ने, जो लकड़ी बूरा सुल्तान दा खूह है पिंडी दे सलामाबाद किया काम, उत्थे रेहड़ी लाई है। जेड़ा काम दिल नूं शौक आया वो काम कर लिया। ਮਤਲਬ ਮਾਸ਼ਾਅੱਲਾ ਤੁਸੀਂ ਆਪਣੀ ਆਪੇ ਹੀ ਮਿਹਨਤ ਮਜ਼ਦੂਰੀ ਕਰਕੇ ਆਪਣੇ ਬੱਚਿਆਂ ਦੀ ਤਰਬੀਅਤ ਕੀਤੀ, ਉਹਨਾਂ ਨੂੰ ਉਹਨਾਂ ਦੀ ਪਰਵਰਿਸ਼ ਕੀਤੀ, ਮਿਹਨਤ ਮਜ਼ਦੂਰੀ ਕਰਕੇ ਕੀਤੀ। इस वक्त मेरे बच्ची 14 पढ़ी है, वड्डी छोटी बच्ची मेरी 7 पढ़ी है। बेटा मेरा बीमार सी ते हुण अल्लाह ने उन्होंने शफा दी ते हुण मैं उनकी शादी की। ਅੱਛਾ ਮਾਸ਼ਾਅੱਲਾ ਮਾਸ਼ਾਅੱਲਾ। ਅੱਛਾ ਮਾਂ ਜੀ ਤੁਸੀਂ ਇਹ ਰਿਕਸ਼ੇ ਦਾ ਦਿਨ ਵਿੱਚ ਕਿਸ ਤਰ੍ਹਾਂ ਆਇਆ ਕਿ ਤੁਸੀਂ ਰਿਕਸ਼ਾ ਚਲਾਓ, ਇਹ ਕਿਸ ਤਰ੍ਹਾਂ ਦਿਨ ਵਿੱਚ ਆਇਆ ਤੁਹਾਡੇ? ਇਹ ਰਕਸ਼ਾ ਮੇਰਾ ਵੀਰ ਹੈ ਸ਼ਰਕਪੁਰ ਸ਼ਰੀਫ, ਮੇਰੀ ਸੱਕੀ ਪੁੱਫੀ ਦਾ ਪੁੱਤਰ ਅੰਬ ਰੋਡ ਰਹਿੰਦੇ ਸਨ ਤੇ ਇੱਥੇ ਆਪਣੇ ਸਸੁਰਾਲ ਵਾਲੇ ਰਹਿੰਦਾ। ਇਹ ਮੀਆਂ ਸਾਹਿਬ ਰਾਂ ਦਰਬਾਰ ਦੇ ਲਾਗੇ ਅਬੂ ਬਕਰ ਮਸਜਿਦ ਦੇ ਕੋਲ ਉਹਨਾਂ ਨੇ ਮੈਨੂੰ ਮਦਦ ਕੀਤੀ ਸੀ, ਰਕਸ਼ਾ ਲੈ ਕੇ ਦਿੱਤਾ ਸੀ, ਪੈਸੇ ਦਿੱਤੇ ਸਨ ਕਿ ਇਹ ਰਕਸ਼ਾ ਜਿਹੜਾ ਨਾ ਕਿਸੇ ਨੂੰ ਦੇ ਦੇ ਤੂੰ ਭੈਣ, ਹੁਣ ਤੇਰੀ ਤਬੀਅਤ ਨਹੀਂ ਸੈੱਟ ਰਹਿੰਦੀ, ਤੇਰਾ ਬੱਚਾ ਨਹੀਂ ਠੀਕ ਤੇ ਚਲੋ ਤੈਨੂੰ ਦਿਹਾੜੀ ਆਉਂਦੀ ਰਹਿਦੀ। ਮੈਂ ਇੱਕ ਗਰੀਬ ਭੈਣ ਸੀ, ਉਹਦੇ ਮੀਆਂ ਨੂੰ ਦਿੱਤਾ ਸੀ ਰਕਸ਼ਾ, ਉਹ ਟਾਲ ਕੇ ਰਕਸ਼ਾ ਮੇਰਾ ਖਰਾਬ ਕਰਕੇ ਲੈ ਆਇਆ ਸੀ। ਮੈਂ ਦਾਤਾ ਜਾਨੀ ਹਾਂ, ਹਜਵੇਰੀ ਜੁਮੇਰਾਤ ਮੈਂ ਜਾਨੀ ਸਾਂ। ਮੈਂ ਉਹਨੂੰ ਕਿਹਾ ਮੈਨੂੰ ਦਾਤਾ ਲੈ ਜਾ, ਤੇ ਕਹਿੰਦਾ ਤੂੰ ਰਕਸ਼ੇ ਦਾ ਮੁੱਲ ਕਰ ਲਾ ਤੇ ਮੈਂ ਤੈਨੂੰ ਕਮੇਟੀ ਦੇ ਹਿਸਾਬ ਤੇ 1000 ਰੁਪਇਆ ਦਿੱਤਾ। ਮੈਂ ਕਿਹਾ ਰਕਸ਼ਾ ਰਹਿਣ ਦੇ, ਮੈਂ ਖੁਦ ਇਨਸ਼ਾਅੱਲਾ ਵਾਲਾਂਗੀ। ਮੈਂ ਖੁਦ ਫਿਰ ਆਪੇ ਹੀ ਇਹਨੂੰ ਰਕਸ਼ੇ ਨੂੰ ਜੁਮੇ ਵਾਲੇ ਦਿਨ ਬਾਹਰ ਕੱਢਿਆ। ਫਿਰ ਉੱਥੇ ਕੱਚਾ ਸੀ ਸਾਡਾ ਜੱਬੋ ਦਾ ਰਾਹ ਪੰਮਾ ਚੁੱਗੀਆਂ ਪਿੰਡ ਤੋਂ, ਉੱਥੇ ਕੱਚੇ 'ਚ ਹੀ ਮੈਂ ਵਾਂਦੀ ਰਹੀ ਆਪੇ ਹੀ ਜਾ ਸਕਦੀ ਰਹੀ ਇਕੱਲੀ, ਕਦੀ ਬੰਦ ਹੋਇਆ ਕਦੀ ਚੱਲ ਜਾ। ਫਿਰ ਅੱਲਾਹ ਤਾਲਾ ਨੇ ਮੈਨੂੰ ਹਿੰਮਤ ਦਿੱਤੀ ਹੈ। ਮੈਂ ਸੁਬਹ ਹਫਤੇ ਵਾਲੇ ਦਿਨ ਆਪਣੀ ਹਮਸ਼ੀਰਾ ਮੇਰੀ ਰਹਿੰਦੀ 32 ਚੌਂਕ ਮਾਲੀਪੁਰੇ 'ਚ, ਮੈਂ ਉਹਦੇ ਕੋਲ ਆਈ ਹਾਂ, ਉਹਨੇ ਮੈਨੂੰ ਦਲੇਰੀ ਦਿੱਤੀ। ਉਸ ਤੋਂ ਬਾਅਦ ਮੈਂ ਮਜ਼ਬੂਤ ਹੋ ਗਈ। ਮਾਸ਼ਾਅੱਲਾ ਮਾਸ਼ਾਅੱਲਾ। ਮਤਲਬ ਕਿ ਤੁਸੀਂ ਡਰਾਈਵਿੰਗ ਕਿਸੇ ਕੋ ਨਹੀਂ ਸਿੱਖੀ, ਆਪੇ ਹੀ? ਆਪ ਹੀ ਸਿੱਖੀ ਹੈ, ਬੜੀ ਆਪਣੀ ਹਿੰਮਤ ਨਾਲ ਸਿੱਖੀ ਹੈ। ਮਤਲਬ ਇਹ ਸਿਰਫ ਮੇਰੇ ਮੁਰਸ਼ਦ ਦੇ ਕਮਾਲ ਨੇ, ख्वाजा मुहम्मद मासूम नक्शबंदी मोरी शरीफ वाले दे कमाल ने। ਉਹ ਜਿਹੜੇ ਕੰਮ ਨੂੰ ਹੱਥ ਪਾਉਂਦੇ ਆ ਉਹ ਸੋਨਾ ਕਰ ਛੱਡਦੇ ਨੇ ਬਸ। ਮਾਸ਼ਾਅੱਲਾ ਮਤਲਬ ਕਿ ਤੁਸੀਂ ਡਰਾਈਵਿੰਗ ਆਪੇ ਸਿੱਖੀ, ਕਿਸੇ ਤੁਹਾਡਾ ਕੋਈ ਉਸਤਾਦ ਨਹੀਂ? ਨਹੀਂ ਕੋਈ ਉਸਤਾਦ ਨਹੀਂ। ਅੱਛਾ ਤੇ ਤੁਹਾਡੇ ਕੋਲ ਡਰਾਈਵਿੰਗ ਲਾਇਸੈਂਸ ਹੈ ਕਿ ਵੈਸੇ ਹੀ ਚਲਾ ਰਹੇ ਹੋ ਹਲੇ? ਨਹੀਂ ਹਾਲੀ ਵੈਸੇ ਚਲਾ ਰਹੇ ਹਾਂ, ਲਾਇਸੈਂਸ ਬਣਨਾ ਹੀ ਤਾਂ ਸਾਡਾ ਇਸਲਾਮਾਬਾਦ ਬਣਨਾ। ਤੁਹਾਨੂੰ ਡਰ ਨਹੀਂ ਲੱਗਿਆ ਰਕਸ਼ਾ ਫਿਰ ਤੁਸੀਂ ਦੇਖੋ ਨਾ ਜੀਟੀ ਰੋਡ ਤੇ ਮੇਨ ਰੋਡ ਹੈ, ਜੀਟੀ ਰੋਡ ਹੈ ਤੇ ਇਹ ਹਾਈ ਟ੍ਰੈਫਿਕ ਇਹਦੇ ਤੇ ਤੁਹਾਨੂੰ ਕੋਈ ਡਰ ਨਹੀਂ ਲੱਗਿਆ? ਤੁਸੀਂ? ਨਹੀਂ ਮੈਨੂੰ ਕੋਈ ਡਰ ਨਹੀਂ ਲੱਗਦਾ, ਮੈਨੂੰ ਕੋਈ ਡਰ ਨਹੀਂ ਲੱਗਾ। ਮੈਂ ਜੂੰ ਚਲਾਉਣ ਲੱਗੀ ਹਾਂ ਜਿਸ ਦਿਨ ਪਹਿਲੇ ਦਿਨ ਮੈਂ ਰਾਵੀ ਪੁਲ ਵਾਲਾ ਪੁਲ ਲੰਘਣਾ ਫਾੜਕ, ਉੱਥੇ ਰਾਸ਼ੀ ਥੋੜ੍ਹਾ ਜਿਹਾ ਮੈਨੂੰ ਖੌਫਜ਼ਦਾ ਹੋਈ ਹਾਂ। ਉਸ ਤੋਂ ਬਾਅਦ ਮੈਂ ਇਸਲਾਮਾਬਾਦ ਪਿਸ਼ਾਵਰ ਜਿੱਧਰ ਮੇਰਾ ਦਿਲ ਕੀਤਾ ਹੈ ਰਕਸ਼ਾ ਲੈ ਕੇ ਮੈਂ ਆਪਣੇ ਬੱਚੇ ਜਾਣੇ ਨੇ ਭੈਣ ਭਰਾਵਾਂ ਨੂੰ ਮਿਲਣ ਵਾਸਤੇ, ਸਿਆਲਕੋਟ ਉਕਾੜਾ ਮੈਂ ਲੈ ਕੇ ਚਲੀ ਗਈ ਇਹਨਾਂ ਰਕਸ਼ੇ 'ਤੇ। ਮਾਸ਼ਾਅੱਲਾ ਮਾਸ਼ਾ। ਅੱਛਾ ਮਾਂ ਜੀ ਇੱਕ ਗੱਲ ਇਹ ਦੱਸੋ ਕਿ ਤੁਹਾਨੂੰ ਜ਼ਾਹਿਰ ਤੁਸੀਂ ਲੇਡੀਜ਼ ਹੋ, ਠੀਕ ਹੈ, ਤੇ ਰਕਸ਼ਾ ਚਲਾਉਣ ਵਿੱਚ ਕਿਹੜੀ ਕਿਹੜੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ? ਕਦੀ ਕੋਈ
ਮਰਦ ਹਜ਼ਰਾਤ ਨਾਲ ਕੋਈ ਬਹਿਸ ਸੰਬਾਸਾ ਮੂੰਹ ਮਾਰੀ ਜਾਂ ਕੁਝ ਵੀ, ਜਾਂ ਕਿਹੜੀ ਤਕਲੀਫਾਂ ਤੁਹਾਨੂੰ ਕਿਹੜੀ ਪਰੇਸ਼ਾਨੀ ਦਾ ਸਾਹਮਣਾ ਰਿਹਾ ਹੈ? ਤਕਲੀਫ ਇਹ ਹੁੰਦੀ ਸੀ ਕਿ ਲੋਕ ਵੇਖ ਕੇ ਹੱਸਦੇ ਹਨ, ਮਜ਼ਾਕ ਕਰਦੇ ਸਨ, ਤਾੜੀ ਮਾਰ ਕੇ ਮਰਦ ਜਿਹੜੇ ਨੇ ਹਜ਼ਰਾਤ ਕਰਦੇ ਰਹੇ ਨੇ। ਮੈਂ ਉਹਨਾਂ ਤੇ ਤਵੱਜੋ ਨਹੀਂ ਦਿੱਤੀ। ਮੈਂ ਆਪਣਾ ਕਹਿ ਤੋ ਅਸੀਂ ਸਾਡੀ ਮਜਬੂਰੀ ਹੈ, ਮੇਰੀ ਮਜਬੂਰੀ ਸੀ। ਹੁਣ ਮੇਰੀ ਬੇਟੀ ਮੈਨੂੰ ਕੰਮ ਨਹੀਂ ਕਰਨ ਦਿੰਦੀ, ਮੈਂ ਫਿਰ ਵੀ ਆਪਣਾ ਉੱਥੋਂ ਰਕਸ਼ਾ ਰਹਿਮਾਨ ਗਾਰਡਨੋਂ ਚਲਾਨੀ ਆ ਤੇ ਖੁੰਡੇ ਮੋੜ ਜਾਨੀ ਆ ਡੇਲੀ ਤੇ ਸ਼ਾਮੀ ਵਾਪਸ ਆਨੀ ਆ। ਅੱਜ ਜਿਸ ਬੱਚੇ ਨੇ ਟੈਲਾਂ ਲਾਣੀਆਂ ਸਨ ਉਹਦੀ ਵਿੱਚੀ ਬਿਮਾਰ ਸੀ, ਉਹਦੀ ਵਜ੍ਹਾ ਤੋਂ ਮੈਂ ਵਾਪਸ ਜਲਦੀ ਆ ਗਈ ਹਾਂ। ਤੇ ਅੱਲਾ ਨੇ ਫਜ਼ਲ ਬੜਾ ਕੀਤਾ ਹੈ ਤੇ ਮੈਂ ਆਪਣੀ ਮਿਹਨਤ ਕਰਕੇ ਲੰਗਰ ਲੁੰਗਰ ਲਿਜਾਣਾ ਹੈ ਤੇ ਆਪਣੀ ਮਿਹਨਤ ਕਰਕੇ ਜਾਣਾ। ਅੱਛਾ, ਇਹ ਤੁਸੀਂ ਸਵੇਰ ਕਿੰਨੇ ਵਜੇ ਨਿਕਲਦੇ ਹੋ ਰਿਕਸ਼ਾ ਲੈ ਕੇ? ਸੁਬਹ ਮੈਂ 8 ਵਜੇ ਵੀ ਨਿਕਲਾਨੀ ਹੈ, ਸਿਹਤ ਠੀਕ ਹੈ ਤੇ ਮੈਂ ਅਜ਼ਾਨਾਂ ਤੋਂ ਬਾਅਦ ਫੌਰਨ ਨਿਕਲਾਨੀ ਹੈ। ਤੇ ਕਿੰਨੇ ਘੰਟੇ ਰਿਕਸ਼ਾ ਚਲਾਉਂਦੇ ਹੋ? ਮੈਂ ਚਲਾ ਲੈਂਦੀ ਹਾਂ 7.5 ਘੰਟੇ, 6 ਘੰਟੇ, 3 ਘੰਟੇ, ਬਸ ਹਿੰਮਤ ਦੇ ਨਾਲ। ਸ਼ੂਗਰ ਹੈ ਨਾ, ਤੇ ਸ਼ੂਗਰ ਦੀ ਵਜ੍ਹਾ ਤੋਂ ਮੈਂ ਜਦੋਂ ਠੀਕ ਹੋਇਆ ਤੇ ਬੰਦਾ ਸਾਰੀ ਦਿਹਾੜੀ ਵੀ ਚਲਾਇਆ, ਸਾਰੀ ਰਾਤ ਦੀ ਵਜ੍ਹਾ ਤੇ। ਹੁਣ ਸਿਰਫ ਮੈਂ ਆਪਣੇ ਗਰੀਬਾਂ ਬੱਚਿਆਂ ਵਾਸਤੇ, ਉਹਨਾਂ ਵਾਸਤੇ ਮੈਂ ਜਾਨੀ ਆਨੀ ਆ। ਇੱਥੋਂ ਸਵਾਰੀ ਬਹਾਲੀ ਦੀ ਏ ਤੇ ਉੱਥੋਂ ਤੱਕ ਲੈ ਦੀ ਏ। ਜਿਹੜਾ 600-700 ਹੁੰਦਾ ਉਹਨਾਂ ਨਾਲ ਲੰਗਰ ਪੱਕ ਜਾਂਦਾ। ਕਦੀ ਕੋਈ ਹਾਦਸਾ, ਕਦੀ ਕੋਈ ਵਕੂਆ ਐਸਾ ਵਗੈਰਾ ਤਾਂ ਨਹੀਂ ਹੋਇਆ ਤੁਹਾਡੇ ਨਾਲ? ਨਹੀਂ। ਤੇ ਤੁਸੀਂ ਮਤਲਬ ਕਿ ਦਿਨ ਰਿਕਸ਼ਾ ਚਲਾਉਂਦੇ ਹੋ? ਨਹੀਂ, ਰਾਤ ਵੀ ਚਲਾ ਲੈਂਦੇ। ਫੋਨ ਕਰ ਦਿੰਦੇ ਨੇ ਕਿ ਸਾਡੀ ਸਵਾਰੀ ਲਾਈ, ਅਸੀਂ ਲਾਈ ਜਾਂਦੇ ਹਾਂ। ਕਦੀ ਕੋਈ ਤੁਹਾਨੂੰ ਕਿਸੇ ਪੁਲਿਸ ਵਾਲੇ ਨੇ ਕਦੀ ਤੰਗ ਨਹੀਂ ਕੀਤਾ, ਪਰੇਸ਼ਾਨ ਨਹੀਂ ਕੀਤਾ? ਸਿਰਫ ਦਾਦਾ ਸਾਹਿਬ ਦੇ ਕੋਲ ਪੁਲਿਸ ਵਾਲੇ ਤੰਗ ਕੀਤਾ ਸੀ, ਉਹਨੇ ਚਲਾਨ ਕੀਤਾ। ਅਸੀਂ ਚਲਾਨ ਲੈ ਕੇ ਗਏ ਵਾਂ ਕਚਹਿਰੀ। ਉਹਦਾ ਅੱਲਾਹ ਤਾਲਾ ਉਹਦਾ ਭਲਾ ਕਰੇ ਅਫਸਰ ਦਾ, ਉਹਨੇ ਕਿਹਾ ਜਿੰਨੇ ਚਲਾਨ ਤੁਹਾਡਾ ਕੀਤਾ ਹੈ ਉਹਦੇ ਖਾਤੇ ਉਹਨਾਂ ਨੇ ਚਲਾਨ ਪਾ ਦਿੱਤਾ, ਜਿਸ ਨੇ ਚਲਾਨ ਕੀਤਾ ਸੀ। ਅਸੀਂ ਸੱਚਾਈ ਦੱਸੀ ਕਿ ਸਾਡੀ ਇਹ ਗਲਤੀ, ਸਾਡੇ ਮਹਿਮਾਨ ਆਏ ਸਨ ਉਕਾੜੇ ਤੋਂ, ਅਸੀਂ ਉਹਨਾਂ ਦਾ ਇਸਤਕਬਾਲ ਕਰਨ ਡਏ ਹਾਂ ਕਿ ਅਸੀਂ ਖੜੇ ਸਾਂ ਪੁਲ ਦੇ ਨਾਲ, ਖੜੇ ਕਿ ਸਾਈਡ ਤੇ ਖੜੇ ਸਾਂ, ਕੋਈ ਰਾਸਤੇ ਦੇ ਵਿੱਚ ਘਰ ਨਹੀਂ ਸਾਂ ਖੜੇ। ਉਹਨਾਂ ਨੇ ਬਾਰ-ਬਾਰ ਆਣ ਕੇ ਤੰਗ ਕੀਤਾ ਸੀ, ਫਿਰ ਉਹਨਾਂ ਚਲਾਨ ਕਰ ਦਿੱਤਾ। ਅੱਛਾ, ਤੁਹਾਡਾ ਹੁਣ ਮਤਲਬ ਕਿ ਵਾਹਿਦ ਰੋਜ਼ਗਾਰ ਇੱਕ ਰਿਕਸ਼ਾ ਹੈਗਾ ਹੈ। ਤੁਹਾਡੀ ਰੋਜ਼ਗਾਰੀ ਮਤਲਬ ਇਹਦੇ ਰਿਕਸ਼ੇ ਨਾਲ ਚੱਲਦੀ ਤੇ ਠੀਕ ਚੰਗਾ ਗੁਜ਼ਾਰਾ ਚੱਲ ਜਾਂਦਾ ਹੈ? ਅੱਲਾ ਦਾ ਸ਼ੁਕਰ ਹੈ, ਸੋਹਣੇ ਦਾ ਰੱਬ ਦਾ ਸ਼ੁਕਰ। ਨਾ ਸਦਕਾ ਲਿਆ ਨਾ ਸੁਕਾਤ ਲਈ। ਅੱਛਾ, ਕਦੀ ਮੈਂ 18 ਸਾਲ ਦੀ ਬੇਵਾ ਹੋਈ ਹਾਂ। ਮੇਰੀ ਉਮਰ ਨਹੀਂ ਹੈਗੀ, ਮੇਰੀ ਉਮਰ 42-43 ਸਾਲ ਹੈ। ਸਿਰਫ ਮੇਰਾ ਬੱਚਾ ਬਿਮਾਰ ਹੋਇਆ ਹੈ। ਇੱਕ ਮਿਹਨਤ ਮਜ਼ਦੂਰੀ, ਇੱਕ ਅੱਲਾ ਦੇ ਗਰੀਬ ਮਖਲੂਕ ਦੇ ਨਾਲ ਮਦਦ ਕਰਨ ਵਾਸਤੇ ਤੇ ਮੇਰਾ ਇਹ ਵਜੂਦ ਇਸ ਤਰ੍ਹਾਂ ਹੋ ਗਿਆ। ਅੱਛਾ, ਕਦੀ ਹਕੂਮਤ ਨੇ ਤੁਹਾਨੂੰ ਕਦੀ ਕੋਈ ਸਪੋਰਟ ਨਹੀਂ ਕੀਤੀ, ਜਾਂ ਮੁਤਲਕਾ MPA MNA ਨਾਜ਼ਮ ਕਦੀ ਕਿਸੇ ਨੇ? ਮੁਹਤਾਜ ਨਹੀਂ, ਅਸੀਂ ਕਿਸੇ ਦਾ ਮੁਹਤਾਜ ਨਹੀਂ, ਅੱਲਾ ਦੇ ਮੁਹਤਾਜ ਹਾਂ। ਤੁਸੀਂ ਕਿਸੇ ਅੱਗੇ ਅਪੀਲ ਵੀ ਨਹੀਂ ਕੀਤੀ ਤੇ ਕਿਸੇ ਨੇ ਆਪਣੇ ਆਪ ਵੀ ਸਪੋਰਟ ਨਹੀਂ ਕੀਤੀ? ਸਿਰਫ ਮੇਰੇ ਭਾਈ ਨੇ ਰਕਸ਼ਾ ਲੈ ਕੇ ਦਿੱਤਾ ਸੀ ਤੇ ਇਹ ਰਕਸ਼ਾ ਮੇਰੇ ਵੀਰ ਨੇ ਲੈ ਕੇ ਦਿੱਤਾ। ਉਹ ਮੇਰੇ ਕੋਲ ਵੇਖ ਗਿਆ ਸੀ, ਉਹ ਡਰਾਈਵਰ ਨੇ ਖਰਾਬ ਕਰ ਛੱਡਿਆ ਸੀ। ਫਿਰ ਮੈਂ ਰਕਸ਼ਾ ਉਹਦੀ ਨਿਸ਼ਾਨੀ ਲਈ ਹੈ ਕਿ ਮੇਰੇ ਭਾਈ ਨੇ ਮੇਰੇ ਹੀ 1,85,000 ਰੁਪਏ ਦਾ ਮੈਨੂੰ ਰਕਸ਼ਾ ਲੈ ਕੇ ਦਿੱਤਾ ਸੀ। ਅੱਛਾ, ਮਾਸ਼ਾਅੱਲਾ। ਅੱਛਾ, ਮੈਂ ਥੋੜੇ ਕਰਕੇ ਉਹਨਾਂ ਨੂੰ ਦਿੱਤੇ ਨੇ, ਵਾਪਸ ਕੀਤੇ ਨੇ। ਮੈਂ ਕਿਹਾ ਨਹੀਂ, ਆਸਾਨ ਨਹੀਂ ਲਿਆ। ਭੈਣ ਭਰਾ ਅਮੀਰ ਵੀ ਨੇ, ਬਹੁਤ ਅਮੀਰ ਵੀ ਨੇ, ਅਸੀਂ ਕਿਸੇ ਦਾ ਆਸਾਨ ਨਹੀਂ ਲਿਆ। ਜਦੋਂ ਵੇਖਿਆ ਕਿ ਇਹਨਾਂ ਨੂੰ ਰੋਟੀ ਸਦਕੇ ਸੁਕਾ ਦੀ ਦੇਣੀ, ਅਸੀਂ ਇਸਲਾਮਾਬਾਦ ਚਲੇ ਗਏ ਵਾਂ। ਉੱਥੇ ਜਾ ਕੇ ਪਰਦਾ ਉਤਾਰਿਆ, ਮਿਹਨਤ ਕੀਤੀ ਹੈ, ਮਿਸਤਰੀਆਂ ਮਗਰ ਵੀ ਕੀਤੀ ਹੈ, ਲੋਕਾਂ ਦੇ ਘਰਾਂ 'ਚ ਵੀ ਕੰਮ ਕੀਤਾ ਹੈ, ਰੇੜੀਆਂ ਵੀ ਲਾਈਆਂ ਨੇ, ਸਮੋਸੇ ਪਕੌੜੇ ਵੇਚੇ ਨੇ, ਲੱਕੜੀ ਬੂਰਾ ਵੀ ਵੇਚਿਆ ਸੁਲਤਾਨ ਦੇ ਖੂਹ ਤੋਂ ਪਿੰਡੀਆਂ ਲਿਆ ਕੇ। ਮਾਸ਼ਾਅੱਲਾ, ਮਤਲਬ ਤੁਸੀਂ ਇਕੱਲੇ ਮਾਸ਼ਾਅੱਲਾ, ਤੁਸੀਂ ਇੰਨੇ ਮਾਸ਼ਾਅੱਲਾ ਇੰਨੇ ਜਿੰਨਾ ਤੱਕ ਦਮ ਹੈ ਤੇ ਇਨਸ਼ਾਅੱਲਾ ਅੱਲਾ ਦੀ। ਇਸ ਰਕਸ਼ੇ ਨਾਲ ਤੁਸੀਂ ਆਪਣਾ ਵੀ ਘਰ ਚਲਾਉਂਦੇ ਹੋ ਤੇ ਜਿਹੜਾ ਤੁਸੀਂ ਮਦਰਸਾ ਖੋਲਿਆ ਉਹਦਾ ਬੱਚਿਆਂ ਵਾਸਤੇ ਵੀ ਤੁਸੀਂ ਕਰਦੇ ਹੋ, ਇੰਤਜ਼ਾਮ ਤੁਸੀਂ ਆਪੇ ਕਰਦੇ ਹੋ? ਆਪ ਹੀ ਕਰ ਰਿਹਾ ਕਿਸੇ ਕੁੱਕ ਵਗੈਰਾ ਨਹੀਂ ਰੱਖਿਆ ਹੋਇਆ? ਨਹੀਂ, ਕੋਈ ਕੁੱਕ ਵਗੈਰਾ ਨਹੀਂ। ਤੁਸੀਂ ਆਪੇ ਹਾਂਡੀ ਰੋਟੀ ਆਪੇ ਹੀ ਲੈ ਕੇ ਜਾਂਦੇ ਹੋ? ਹਾਂਜੀ, ਮੈਂ ਖੁਦ ਜਾ ਕੇ ਪਕਾਨੀ। ਮਾਸ਼ਾਅੱਲਾ। ਤੇ ਤੁਹਾਡੇ ਬੇਟੇ ਤੋਂ ਜਿਹੜੇ ਨੇ ਉਹ ਹੁਣ ਜਵਾਨ ਨਹੀਂ? ਬੇਟੇ ਵੀ? ਮੇਰਾ ਬੇਟਾ ਜਵਾਨ ਹੈ। ਮੇਰੇ ਬੇਟੇ ਨੂੰ ਮਿਰਗੀ ਐਕਸੀਡੈਂਟ ਹੋਇਆ ਸੀ, ਟਾਵਰ 'ਚ ਫਸ ਗਿਆ ਸਨ, ਮਹਿਮਾਨ ਗਏ ਸਨ ਜਦੋਂ ਜ਼ਲਜ਼ਲਾ ਆਇਆ ਸੀ। ਉਸ ਤੋਂ ਬਾਅਦ ਮੇਰੇ ਬੱਚੇ ਨੂੰ ਮਿਰਗੀ ਦਾ ਦੌਰਾ ਪੈਂਦਾ। ਮਤਲਬ ਕਿ ਉਹ ਸਹੀ ਠੀਕ ਨਹੀਂ ਹੈ। ਹੁਣ ਥੋੜਾ ਅੱਲਾ ਨੇ ਸਿਹਤ ਤੰਦਰੁਸਤ ਦਿੱਤੀ ਕਿ 2 ਮਹੀਨੇ 3 ਮਹੀਨੇ ਬਾਅਦ ਪੈਂਦੀ ਹੈ, ਤਕਲੀਫ ਹੁੰਦੀ ਹੈ। ਅਸੀਂ ਇਲਾਜ ਕਰਾ ਰਹੇ ਹਾਂ ਉਹਦਾ, ਪਹਿਲੇ ਟਕਰਾਲ ਦਿੰਦੇ ਸਾਂ, ਹੁਣ ਅਸੀਂ ਸਰਵਿਸ ਹਸਪਤਾਲ ਦੇ ਕੋਲ ਹਸਪਤਾਲ ਹੈ, ਉੱਥੋਂ ਦਵਾਈ ਲਿਆ ਕੇ ਦੇ ਰਹੇ ਹਾਂ। ਅੱਛਾ ਮਾਸ਼ਾ, ਤੁਸੀਂ ਸਾਨੂੰ ਦੱਸਿਆ ਸ਼ੁਰੂ ਵਿੱਚ ਕਿ ਤੁਸੀਂ ਕਾਰੀਆ ਵੀ ਹੋ, ਨਾਤ ਖਾਨ ਵੀ ਰਹੇ ਹੋ। ਕਿਸੇ ਨਾਤ ਦੇ 2 ਬੋਲ ਬਸ ਇਸੇ। ਸੱਲੱਲਾਹੁ ਅਲੈਕਾ या रसूल अल्लाह वसल्लम अलैका या हबीब अल्लाह। चिट्ठियां मदीने वल पाइयां तेरे नां दियां,
चिट्ठियां मदीने वल पाइयां तेरे नां दियां मैं भी अड़ीका हुन लाइयां तेरे नां दियां चिट्ठियां मदीने वल पाइयां तेरे नां दियां झुकदा ज़माना सारा झुकदी खुदाई है झुकदा ज़माना सारा झुकदी खुदाई है मेरे मुस्तफा दी शान रब ने वधाई है मेरे मुस्तफा दी शान रब ने वधाई है रब ने भी कसमां ने चाहियां तेरे नां दियां रब ने भी कसमां ने चाहियां तेरे नां दियां चिट्ठियां मदीने वल पाइयां तेरे नां दियां बकरियां उठा किते सजदे हजूर नू बकरियां उठा किते सजदे हजूर नू मन गई खुदाई सारी मुस्तफा दे नूर नू मन गई खुदाई सारी मुस्तफा दे नूर नू हलीमा ताई मिलियां वधाइयां तेरे नां दियां हलीमा ताई मिलियां वधाइयां तेरे नां दियां चिट्ठियां मदीने वल पाइयां तेरे नां दियां ਮਾਸ਼ਾਅੱਲਾ ਅੱਛਾ ਮਾਂ ਜੀ ਤੁਸੀਂ ਸਾਡੀ ਜਿਹੜੀ ਬੇਵਗਾਨ ਨੇ ਔਰਤਾਂ ਨੇ ਲੇਡੀ ਨੇ ਉਹਨਾਂ ਨੂੰ ਕੁਝ ਪੈਗਾਮ ਦੇਣਾ ਚਾਹੋਗੇ ਆਪਣੀ ਮਾਵਾਂ ਭੈਣਾਂ ਨੂੰ ਕੋਈ ਪੈਗਾਮ ਤੁਹਾਡਾ ਕਿਸੇ ਅੱਗੇ ਹੱਥ ਮਿਲਾਉਣ ਨਾਲੋਂ ਆਪਣੀ ਮਿਹਨਤ ਔਰ ਮਜ਼ਦੂਰੀ ਕਰ ਲਓ ਤੇ ਰੱਬ ਨੂੰ ਰਾਜ਼ੀ ਕਰ ਲਓ ਅੱਜ ਮੇਰੀਆਂ ਮਾਵਾਂ ਭੈਣਾਂ ਜਿਨ੍ਹਾਂ ਦੇ ਬੇਟੇ ਵੀ ਨੇ ਉਹ ਵੀ ਮੰਗਦੀਆਂ ਪਈਆਂ ਨੇ ਜਿਨ੍ਹਾਂ ਦੇ ਖਾਮਦ ਵੀ ਨੇ ਉਹ ਵੀ ਮੰਗਦੀਆਂ ਪਈਆਂ ਨੇ ਹੱਥ ਵੀ ਲਾਣਾ ਬੁਰੀ ਬਾਤ ਆਪਣੇ ਸੋਹਣੇ ਮਾਲਕ ਕੋਲੋਂ ਮੰਗੋ ਜਿਹੜਾ ਦੇ ਕੇ ਪਛਤਾਉਂਦਾ ਨਹੀਂ ਕਿਸੇ ਕੋਲੋਂ ਮੰਗੋ ਤੇ ਸਵੇਰੇ ਬੋਲ ਦੇਦਾ ਮੈਂ ਤੈਨੂੰ ਫਲਾਣੇ ਟਾਈਮ ਦਿੱਤਾ ਸੀ तो उस वक्त ज़मीन वेल नहीं देंदी ज़मीन वेल नहीं देंदी कि मरना किते वे कि गर्क हो जाइए ते अल्लाह ताला को मंगो जेरा अल्लाह ताला हिम्मते मरदा ते मरदे खुदा ਮਾਸ਼ਾਅੱਲਾ ਬੜਾ ਸੋਹਣਾ ਪੈਗਾਮ ਦਿੱਤਾ ਤੁਸੀਂ ਮਾਂ ਜੀ ਤੁਸੀਂ ਆਪਣਾ ਸਾਨੂੰ ਟਾਈਮ ਦਿੱਤਾ बहुत शुक्रिया बड़ी मेहरबानी ਤੁਹਾਡੀ माँ जी बहुत शुक्रिया ये जी नाज़रीन ये देखें जी ये एक उनका उन्होंने बड़ा अच्छा मैसेज दिया बड़ा अच्छा पैगाम दिया हमारी जो बेवगान ख़वातीन हैं